ਤੇ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ, ਗੁਰਦੀਪ ਸਿੰਘ ਬਿਰਦੀ, ਇਸ਼ਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸੈਨੋਜ਼ੇ ਤੋਂ, ਜੱਸੀ ਗਿੱਲ ਪਲੰਬਿੰਗ ਅਤੇ ਲਾਲੀ ਸਿੱਧੂ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਤੋਂ, ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਲਓ ਜੀ ਅਸੀਂ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ, ਧੰਨਵਾਦ ਦਿਲਪ੍ਰੀਤ। ਸਤਿ ਸ਼੍ਰੀ ਅਕਾਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਕੁਛ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਭਾਰਤ ਦੇ ਵਿੱਚ ਕੀ ਕੁਛ ਵਾਪਰ ਰਿਹਾ, ਔਰ ਕੁਛ ਚੀਰ ਫਾੜ ਜਿਹੜੀ ਆ ਉਹ ਖਬਰਾਂ ਦੀ ਕਰਦੇ ਹਾਂ। ਪਾਕਿਸਤਾਨ ਦੀ ਫੌਜ ਦੇ ਵੱਲੋਂ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁੰਛ ਦੇ ਵਿੱਚ ਸਰਹੱਦੀ ਚੌਕੀਆਂ ਦੇ ਉੱਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲਾਬਾਰੀ ਦੇ ਵਿੱਚ ਇੱਕ ਫੌਜੀ ਤੇ ਉਹਦੀ ਪਤਨੀ ਜਿਹੜੇ ਮਾਰੇ ਗਏ, 3 ਧੀਆਂ ਉਹਦੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਨੇ। ਇਹ ਦੱਸਿਆ ਗਿਆ ਜੀ ਕਿ ਪਾਕਿਸਤਾਨ ਦੀ ਜਿਹੜੀ ਥਲ ਸੈਨਾ ਉਹਨੇ ਇੱਕ ਸਵੇਰ ਦੇ 6:30 ਵਜੇ ਦੇ ਕਰੀਬ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਹੋਇਆ ਭਾਰਤੀ ਚੌਕੀਆਂ ਦੇ ਉੱਤੇ ਛੋਟੇ ਤੇ ਆਟੋਮੈਟਿਕ ਹਥਿਆਰਾਂ ਦੇ ਨਾਲ ਗੋਲੀਬਾਰੀ ਕੀਤੀ ਤੇ ਮੋਰਟਾਰ ਜਿਹੜੇ ਸੀ ਉਹ ਦਾਗੇ। ਭਾਰਤੀ ਜਿਹੜੇ ਫੌਜੀ ਸੀਗੇ ਉਹਨਾਂ ਨੇ ਇਹਦਾ ਜਵਾਬ ਦਿੱਤਾ ਦੱਸਿਆ ਜਾਂਦਾ। ਔਰ ਇੱਕ ਪੁਲਿਸ ਅਧਿਕਾਰੀ ਜਿਹੜਾ ਕਿ ਛੁੱਟੀ ਦੇ ਉੱਤੇ ਚੱਲ ਰਿਹਾ ਸੀਗਾ, ਟੈਰੀਟੋਰੀਅਲ ਆਰਮੀ ਦਾ ਸਿਪਾਹੀ ਸੀਗਾ, ਮੁਹੰਮਦ ਸ਼ੌਕਤ ਤੇ ਉਹਦੀ ਘਰਵਾਲੀ ਸਫੀਆ ਬੀਬੀ ਜਿਹੜੇ ਉਦੋਂ ਮਾਰੇ ਗਏ ਜਦੋਂ ਪਾਕਿਸਤਾਨੀ ਫੌਜ ਦੇ ਵੱਲੋਂ ਚਲਾਇਆ ਇੱਕ ਮੋਰਟਾਰ ਜਿਹੜਾ ਸੀਗਾ ਉਹਨਾਂ ਦੇ ਘਰ ਦੇ ਉੱਤੇ ਆ ਕੇ ਫਟਿਆ। ਔਰ ਇਸ ਜੋੜੇ ਦੀਆਂ 3 ਧੀਆਂ 6 ਸਾਲਾਂ ਦੀ ਜ਼ਾਇਦਾ ਕੌਸਰ, 12 ਸਾਲਾਂ ਦੀ ਰੋਬੀਨਾ ਕੌਸਰ ਤੇ ਨਾਜ਼ੀਆ ਬੀਬੀ ਤੇ ਇੱਕ ਹੋਰ ਜਿਹੜਾ ਬੰਦਾ ਸੀਗਾ ਉਹ ਪੱਟੜ ਹੋਇਆ। ਜਿਹੜਾ ਕਮਾਂਡਰ ਬੁਰਹਾਨ ਵਾਨੀ ਸੀਗਾ ਉਹਦੀ ਪਹਿਲੀ ਬਰਸੀ ਦੇ ਮੌਕੇ ਦੇ ਉੱਤੇ ਜਿਹੜੇ ਵੱਖਵਾਦੀ ਨੇ ਉਹਨਾਂ ਦੇ ਵੱਲੋਂ ਰੈਲੀ ਜਿਹੜੀ ਕਰਨ ਦੀ ਗੱਲ ਆਖੀ ਗਈ ਸੀ, ਜਿਹਦੇ ਕਰਕੇ ਕਾਫੀ ਤਣਾਅ ਵਾਲਾ ਮਾਹੌਲ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ ਸੀਗਾ। ਔਰ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਕਰਫਿਊ ਲਾਇਆ ਗਿਆ ਔਰ ਇਸੇ ਵਜ੍ਹਾ ਕਰਕੇ ਤਾਂ ਕਿ ਲੋਕ ਜਿਹੜੇ ਨੇ ਉਹ ਇਕੱਤਰ ਨਾ ਹੋ ਸਕਣ। ਸੋ ਇੱਕ ਵਾਰੀ ਫੇਰ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਤਣਾਅ ਇਸ ਵੇਲੇ ਸਿਖਰਾਂ ਦੇ ਉੱਤੇ ਆ, ਉੱਥੇ ਸਰਹੱਦ ਦੇ ਉੱਤੇ ਹੋਈ ਇਸ ਗੋਲਾਬਾਰੀ ਦੀ ਵਜ੍ਹਾ ਕਰਕੇ ਸਰਹੱਦੀ ਖੇਤਰ ਦੇ ਵਿੱਚ ਵੀ ਜਿਹੜਾ ਕਿ ਉਹ ਤਣਾਅ ਕਾਫੀ ਜ਼ਿਆਦਾ ਵੱਧ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਪੰਜਾਬ ਮੰਤਰੀ ਮੰਡਲ ਦੇ ਵਿੱਚ ਵਾਧਾ ਜਿਹੜਾ ਹੋਣ ਜਾ ਰਿਹਾ ਸੰਭਾਵੀ, ਉਹਦੇ ਬਾਰੇ ਉਹਨਾਂ ਨੇ ਇਹਦੇ ਵਿੱਚ ਚਰਚਾ ਜਿਹੜੀ ਆ ਉਹ ਕੀਤੀ ਆ। ਔਰ ਇਹਦੇ 'ਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਹਾਜ਼ਰ ਸੀਗੇ ਜੀ। ਕੁਝ ਨਵੇਂ ਚਿਹਰੇ ਸ਼ਾਮਲ ਕਰਨ ਦੇ ਵਾਸਤੇ ਚਰਚਾ ਜਿਹੜੀ ਕੀਤੀ ਗਈ ਆ। ਹੋਰ ਅਹੁਦਿਆਂ ਦੇ ਉੱਤੇ ਲਾਉਣ ਦਾ ਮੁੱਦਾ ਵੀ ਕਾਂਗਰਸੀ ਆਗੂਆਂ ਦੇ ਦਰਮਿਆਨ ਹੋਈ ਜਿਹੜੀ ਮੁਲਾਕਾਤ ਸੀ ਉਹਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ। ਇਸ ਮੁਲਾਕਾਤ ਤੋਂ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਵਾਧੇ ਦੇ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੇ ਨਾਲ ਵੀ ਚਰਚਾ ਕਰ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸ ਦੀ ਕਾਰਗੁਜ਼ਾਰੀ ਦੇ ਬਾਰੇ ਇਹ ਆਖਿਆ ਸੀਗਾ ਕੁਝ ਦਿਨ ਪਹਿਲਾਂ ਕਿ ਉਤਰਾਅ ਚੜਾਅ ਜਿਹੜੇ ਉਹ ਜਮਹੂਰੀਅਤ ਦਾ ਹਿੱਸਾ ਨੇ। ਰਾਹੁਲ ਗਾਂਧੀ ਦਾ ਭਵਿੱਖ ਮਜ਼ਬੂਤ ਹੈ ਤੇ ਕਾਂਗਰਸ ਵਾਪਸੀ ਕਰੇਗੀ। ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਰਾਸ਼ਟਰਪਤੀ ਦੀ ਚੋਣ ਲਈ ਮੀਰਾ ਕੁਮਾਰ ਦਾ ਨਾਂ ਜੇ ਪਹਿਲਾਂ ਐਲਾਨਿਆ ਜਾਂਦਾ ਤਾਂ ਉਹ ਬਿਹਤਰ ਉਮੀਦਵਾਰ ਜਿਹੜੇ ਹੋ ਸਕਦੇ ਸੀਗੇ। ਜਿਹੜਾ ਤਰਕ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਲਗਾਤਾਰ ਜਾ ਰਿਹਾ ਹੈ ਕਿ ਬਹੁਤੇ ਜਿਹੜੇ ਜੀ ਉਹ ਨਵੇਂ ਚਿਹਰੇ ਸ਼ਾਮਲ ਕੀਤੇ ਜਾਣ, ਇਸ ਤਰਕ ਨੂੰ ਥੋੜਾ ਜਿਹਾ ਕੱਟ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਪੱਖੋਂ ਕਿ ਜਿਹੜੇ ਸੀਨੀਅਰ ਆਗੂ ਨੇ ਫਿਰ ਉਹ ਨਾਰਾਜ਼ ਜਿਹੜਾ ਜੀ ਉਹ ਹੋ ਸਕਦੇ ਨੇ ਔਰ ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਉਹ ਸਹਿਣੀ ਪੈ ਸਕਦੀ ਹੈ। ਇਹ ਵੀ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਚੇਅਰਮੈਨ ਵਗੈਰਾ ਦੇ ਵਿੱਚ ਐਡਜਸਟ ਜਿਹੜਾ ਕੀਤਾ ਜਾਵੇ, ਉਹ ਫਿਰ ਇਹ ਮਹਿਸੂਸ ਕਰਕੇ ਕਿ ਉਹਨਾਂ ਦੀ ਹੇਠੀ ਜਿਹੜੀ ਆ ਉਹ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਿੱਲੀ ਦੇ ਵਿੱਚ ਵਾਹਵਾ ਜਿਹੜੇ ਸੀਗੇ ਉਹ ਰੁਝੇਵੇਂ ਰਹੇ। ਉੱਥੇ ਦਿੱਲੀ ਜਿਹੜਾ ਅਕਾਲੀ ਦਲ ਹੈ ਉਹਦੇ ਵੱਲੋਂ ਰੱਖੇ ਇੱਕ ਸਮਾਗਮ ਦੇ ਵਿੱਚ ਉਹਨਾਂ ਨੇ ਇੱਕ ਬੜੀ ਅਹਿਮ ਗੱਲ ਜਿਹੜੀ ਕਹੀ ਕਿ ਜਿਹੜਾ ਬਾਈਬਲ ਕਲਾਕਾਰ ਉਹਦੇ ਵਿੱਚ ਵੀ ਸਿੱਧ ਹੋ ਜਾਣਾ। ਉਹ ਕਹਿੰਦੇ ਕਿ SP ਰੈਂਕ ਦਾ ਜਿਹੜਾ ਆਫਿਸਰ ਆ ਉਹ ਆਪਣੇ ਤੌਰ ਦੇ ਉੱਤੇ ਗੋਲੀ ਨਹੀਂ ਚਲਾ ਸਕਦਾ। ਇਹ ਬਿਆਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬੀਇੰਗ CM ਬਹੁਤ ਵੱਡੀ ਅਹਿਮੀਅਤ ਜਿਹੜੀ ਆ ਜੀ ਉਹ ਰੱਖਦਾ ਹੈ, ਕਿਉਂਕਿ ਬਾਈਬਲ ਕਲਾਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਦੇ ਵਜੋਂ
ਜਿਹੜੀਆਂ ਸੰਗਤਾਂ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਮੁਜ਼ਾਹਰਾ ਕਰ ਰਹੀਆਂ ਸੀ, ਉਹਨਾਂ ਦੇ ਉੱਤੇ ਗੋਲੀ ਚਲਾਉਣ ਵਾਲਾ ਮਾਮਲਾ ਸੀ। ਔਰ ਇਹ ਬਹੁਤ ਵੱਡੇ ਪੱਖ ਦੇ ਇਸ਼ੂਜ਼ ਦੇ ਵਿੱਚੋਂ ਇੱਕ ਜਿਹੜਾ ਦੀ ਇਸ਼ੂ ਪਿਛਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਵੀ ਜਿਹੜਾ ਦੀ ਉਹ ਰਿਹਾ। ਔਰ ਇਸ ਗੱਲ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਜੀ ਉਹ ਭਖਣ ਦੇ ਆਸਾਰ ਨੇ। ਕੱਲ ਨੂੰ ਜਿਹੜੇ ਹਰਿਆਣੇ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਜਿਹੜੀ, ਉਹਦੇ ਵੱਲੋਂ ਇੱਕ ਵਾਰੀ ਫੇਰ ਇਹ ਗੱਲ ਆਖੀ ਗਈ ਆ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੋਂ ਕੋਈ ਵੀ ਵਹੀਕਲ ਜਿਹੜਾ ਉਹ ਹਰਿਆਣੇ ਦੇ ਵਿੱਚ ਦਾਖਲ ਨਹੀਂ ਜਿਹੜਾ ਹੋਣ ਦਿੱਤੀ ਜਾਊਗਾ ਜੀ। ਜਿਹੜੇ ਬੜੇ ਗਰਮ ਬਿਆਨ ਜਿਹੜੇ ਨੇ ਉਹ ਇਨਾਲੋ ਦੇ ਮੁਖੀ ਦੇ ਵੱਲੋਂ ਦਿੱਤੇ ਜਾ ਰਹੇ ਨੇ। ਇਹ ਕਿਹਾ ਕਿ ਭਾਵੇਂ ਉਹਨਾਂ ਨੂੰ ਡਾਂਗਾ ਤੇ ਗੋਲੀਆਂ ਜਿਹੜੀਆਂ ਦੀ ਉਹ ਖਾਣੀਆਂ, ਪਾਰਟੀ ਜਿਹੜੀ ਇਹਦੀ ਉਹਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਲੈ ਵੀ ਉਸਾਰੀ ਤੁਰੰਤ ਇਹਦੇ ਵਿੱਚ ਦਖਲ ਜਿਹੜਾ ਦੀ ਉਹ ਦਿੱਤਾ ਗਿਆ। ਜਿਸ ਕਿਸਮ ਦੀਆਂ ਇਹ ਧਮਕੀਆਂ ਜਿਹੜੀਆਂ ਦੀ ਉਹ ਦਿੱਤੀਆਂ ਜਾ ਰਹੀਆਂ ਨੇ, ਨਿਰਸੰਦੇਹ ਇਹ ਦੋ ਸੂਬਿਆਂ ਦੇ ਵਿਚਾਲੇ ਮਾਹੌਲ ਜਿਹੜਾ ਜੀ ਇੱਕ ਵਾਰੀ ਫੇਰ ਤੱਤਾ ਹੋ ਗਿਆ। ਹਰਿਆਣੇ ਨੇ ਜਿਹੜੀਆਂ ਦੀ 10 ਜਿਹੜੀਆਂ ਸੀਗੀਆਂ ਦੀ ਕੰਪਨੀਆਂ ਮੰਗੀਆਂ ਨੇ ਪੈਰਾਮਿਲਟਰੀ ਫੋਰਸਿਸ ਦੀਆਂ, 6 ਉਹਨਾਂ ਨੂੰ ਅਲਾਟ ਜਿਹੜੀਆਂ ਦੀ ਹੋ ਗਈਆਂ ਨੇ। ਕੁਝ ਜਿਹੜੀਆਂ ਦੀ ਸਟੈਂਡ ਬਾਈ ਰੱਖੀਆਂ ਜਾਣਗੀਆਂ, ਜੇਕਰ ਹਾਲਾਤ ਜਿਹੜੇ ਦੀ ਉਹ ਖਰਾਬ ਹੁੰਦੇ ਦਿਸੇ ਤਾਂ ਤੁਰੰਤ ਜਿਹੜੀਆਂ ਦੀ ਕੁਝ ਹੋਰ ਕੰਪਨੀਆਂ ਤਾਇਨਾਤ ਕੀਤੀਆਂ ਜਾ ਸਕਦੀਆਂ ਨੇ। ਉਧਰ ਪੰਜਾਬ ਵਾਲੀ ਸਾਈਡ ਤੋਂ ਜਿਹੜੀਆਂ ਜਾਣ ਵਾਲੀਆਂ ਬੱਸਾਂ ਨੇ, ਖਾਸ ਤੌਰ ਦੇ ਉੱਤੇ PRTC ਦੀਆਂ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ, ਉਹ ਨਹੀਂ ਜਾਣਗੀਆਂ ਤਾਂ ਕਿ ਕਿਸੇ ਕਿਸਮ ਦੇ ਨੁਕਸਾਨ ਤੋਂ ਜਿਹੜਾ ਜੀ ਉਹ ਬਚਾਅ ਕੀਤਾ ਜਾ ਸਕੇ। ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ ਜੀ ਕਿ ਇਸ ਕਿਸਮ ਦੇ ਨਾਲ ਜੇ ਲਾਈਨ ਖਿੱਚ ਕੇ ਹਰਿਆਣੇ ਦੀ ਇਹ ਪਾਰਟੀ ਕਹਿੰਦੀ ਹੈ ਕਿ ਮੈਂ ਪੰਜਾਬ ਦੇ ਵਿੱਚ ਵਹੀਕਲ ਦਾਖਲ ਨਹੀਂ ਹੋਣ ਦੇਣੇ, ਜੇ ਇਸ ਕਿਸਮ ਦਾ ਕੋਈ ਐਲਾਨ ਪੰਜਾਬ ਦੇ ਵਿੱਚੋਂ ਹੋ ਜਾਂਦਾ ਕਿ ਹਰਿਆਣੇ ਦੇ ਵਹੀਕਲ ਜਿਹੜੇ ਨੇ ਉਹ ਪੰਜਾਬ ਦਾਖਲ ਨਹੀਂ ਹੋਣ ਦਿੱਤੇ ਜਾਣਗੇ, ਤੇ ਇਹਦੇ ਨਾਲ ਦੋ ਮੁਲਕਾਂ ਦੇ ਵਿਚਾਲੇ ਜਿਵੇਂ ਤਣਾਅ ਕਈ ਵਾਰੀ ਹੋ ਜਾਂਦਾ ਪਾਕਿਸਤਾਨ ਜਾਂ ਚਾਈਨਾ ਦੇ ਨਾਲ ਜਿਵੇਂ ਚੱਲ ਰਿਹਾ, ਉਸ ਕਿਸਮ ਦੇ ਨਾਲ ਸੂਬੇ ਦੇ ਵਿੱਚ ਜਿਹੜਾ ਦੋ ਸੂਬਿਆਂ ਦੇ ਵਿਚਾਲੇ ਜਿਹੜਾ ਜੀ ਉਹ ਤਣਾਅ ਹੋ ਸਕਦਾ ਹੈ। ਵੈਸੇ ਸਿਆਸਤ ਹੈ, ਇਹ ਸਿਆਸਤ ਜਿਹੜੀ ਹੈ ਜੀ ਪਹਿਲਾਂ ਵੀ ਹੁੰਦੀ ਰਹੀ ਹੈ ਪਾਣੀਆਂ ਦੇ ਉੱਤੇ, ਹੁਣ ਵੀ ਜਿਹੜੀ ਹੈ ਜੀ ਉਹ ਹੋ ਰਹੀ ਆ। ਇਹਦੇ ਤੋਂ ਵੱਧ ਕੁਛ ਨਹੀਂ। ਸਿਆਸਤਦਾਨਾਂ ਨੇ ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹਦੇ ਦੂਰ ਦੇ ਜਿਹੜੇ ਪ੍ਰਭਾਵ ਆ ਉਹ ਕਿਹੋ ਜਿਹੇ ਪੈ ਸਕਦੇ ਆ। ਇਹ ਹੋਛੀ ਕਿਸਮ ਦੀ ਸਿਆਸਤ ਹੈ ਜਿਹੜੀ ਇਨੈਲੋ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਜੀ। ਪੰਜਾਬ ਦੇ ਵਿੱਚ ਇੱਕ ਜਿਹੜਾ ਸਰਗਰਮ ਵੱਡਾ ਗੈਂਗਸਟਰ ਵਿੱਕੀ ਗੌਂਡਰ, ਇਸ ਮਾਮਲੇ ਜਿਹੜਾ ਇਹ ਨਾਮ ਹੈ ਜੀ, ਇਹਦੇ ਵਿਦੇਸ਼ ਜਾਣ ਦੇ ਚਰਚੇ ਜਿਹੜੇ ਆ ਉਹਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਐਕਚੁਅਲੀ ਵਿੱਕੀ ਗੌਂਡਰ ਦੇ ਜਿਹੜਾ ਸਾਥੀ ਸੀਗਾ ਜੀ ਖੁੱਬਣ, ਸ਼ੇਰਾ ਖੁੱਬਣ, ਜਿਹੜਾ ਮਾਰਿਆ ਗਿਆ ਸੀਗਾ ਪੁਲਿਸ ਮੁਕਾਬਲੇ ਦੇ ਵਿੱਚ, ਉਹਦੇ ਜਿਹੜੇ ਸਾਥੀ ਨੇ ਉਹਨਾਂ ਨੇ ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਜਿਹੜੀ ਆ ਪਾਈ ਆ, ਜਿਹਦੇ ਵਿੱਚ ਉਹਨੇ ਦਾਅਵਾ ਇਹ ਕੀਤਾ ਕਿ ਵਿੱਕੀ ਗੌਂਡਰ ਜਿਹੜਾ ਜੀ ਉਹ ਵਿਦੇਸ਼ ਚਲੇ ਗਿਆ ਔਰ ਇਹ ਆਖਿਆ ਗਿਆ ਜੀ ਕਿ ਜਿਹੜੇ ਵਿਰੋਧੀ ਨੇ ਉਹ ਥੋੜੀ ਦੇਰ ਜਿਹੜਾ ਜੀ ਉਹ ਭੰਗੜੇ ਪਾ ਲੈਣ। ਸੋ ਇਸ ਤਰ੍ਹਾਂ ਦਾ ਜਿਹੜਾ ਜੀ ਫੇਸਬੁੱਕ ਅਕਾਊਂਟ ਜਿਹੜਾ ਜੀ ਉਹਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਕਿਹਾ ਗਿਆ। ਵਿਦੇਸ਼ ਤੋਂ ਚਲਾਏ ਜਾ ਰਹੇ ਇਸ ਫੇਸਬੁੱਕ ਦੇ ਉੱਤੇ ਪੋਸਟ ਪਾਉਣ ਵਾਲੇ ਦੀ ਨਿਸ਼ਾਨਦੇਹੀ ਜਿਹੜੀ ਹੈ ਜੀ ਉਹ ਕਰਨੀ ਔਖੀ ਹੋਈ ਪਈ ਆ ਪੁਲਿਸ ਨੂੰ। ਪੁਲਿਸ ਜਿਹੜੀ ਆ ਇਹ ਕਹਿੰਦੀ ਆ ਕਿ ਇਹ ਧਿਆਨ ਲਾਂਭੇ ਕਰਨ ਦੇ ਵਾਸਤੇ ਪਾਈ ਗਈ ਪੋਸਟ ਵੀ ਹੋ ਸਕਦੀ ਹੈ ਤਾਂ ਕਿ ਪੁਲਿਸ ਜਿਹੜੀ ਕਿ ਵਿੱਕੀ ਗੌਂਡਰ ਦੀ ਪੈੜ ਪਿਛਲੇ ਕੁਝ ਸਮੇਂ ਤੋਂ ਨੱਪ ਰਹੀ ਆ ਕਿ ਉਹਦਾ ਧਿਆਨ ਜਿਹੜਾ ਉਹ ਡਾਈਵਰਟ ਕੀਤਾ ਜਾਵੇ। ਲੁੱਕ ਆਊਟ ਨੋਟਿਸ ਜਿਹੜਾ ਜੀ ਉਹ ਵੀ ਹਵਾਈ ਅੱਡਿਆਂ ਦੇ ਉੱਤੇ ਜਾਰੀ ਕੀਤਾ ਹੋਇਆ। ਇਸ ਕਰਕੇ ਪੁਲਿਸ ਕਹਿੰਦੀ ਆ ਕਿ ਗੈਂਗਸਟਰ ਦੇ ਵਿਦੇਸ਼ ਜਾਣ ਦੇ ਦਾਅਵੇ ਦੇ ਉੱਤੇ ਯਕੀਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਕੁਝ ਪੁਲਿਸ ਦੇ ਸੀਨੀਅਰ ਅਧਿਕਾਰੀ ਇਹ ਵੀ ਕਹਿੰਦੇ ਆ ਕਿ ਸ਼ੇਰਾ ਖੁੱਬਣ ਗਰੁੱਪ ਦੇ ਦਾਅਵਿਆਂ ਨੂੰ ਰੱਦ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਵੱਡੇ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਦੇ ਕਾਮਯਾਬੀ ਹੱਥ ਜਿਹੜੀ ਉਹ ਨਹੀਂ ਲੱਗੀ। ਔਰ ਇਸ ਗਰੁੱਪ ਦੇ ਦਾਅਵੇ ਦੇ ਮੁਤਾਬਕ ਜੇ ਵਿੱਕੀ ਗੌਂਡਰ ਉਡਾਰੀ ਮਾਰ ਗਿਆ ਤਾਂ ਪੁਲਿਸ ਲਈ ਇੱਕ ਵੱਡੀ ਚੁਣੌਤੀ ਹੋਊਗੀ ਕਿਉਂਕਿ ਹਵਾਈ ਅੱਡਿਆਂ ਤੋਂ ਜਾਣਾ ਜਿਹੜਾ ਜੀ ਉਹ ਸੌਖਾ ਨਿਗਾ। ਜਿਹੜਾ ਸ਼ੇਰਾ ਖੁੱਬਣ ਗਰੁੱਪ ਆ ਉਹਨੇ ਫੇਸਬੁੱਕ ਦੇ ਉੱਤੇ ਇਹ ਕਿਹਾ ਕਿ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ, ਆਪਣਾ ਜਿਹੜਾ ਵੀਰ ਵਿੱਕੀ ਗੌਂਡਰ ਉਹ ਵਿਦੇਸ਼ ਜਿਹੜਾ ਜੀ ਉਹ ਚਲੇ ਗਿਆ। ਇਹਨੇ ਕੱਲ ਦੀ ਜਿਹੜੀ ਹੈ ਜੀ ਉਹ ਨੀਂਦ ਉਡਾਈ ਹੋਈ ਹੈ। 17 ਨਵੰਬਰ 2016 ਨੂੰ ਫਿਲਮੀ ਅੰਦਾਜ਼ ਦੇ ਵਿੱਚ ਵਿੱਕੀ ਜਿਹੜਾ ਸੀਗਾ ਗੌਂਡਰ ਤੇ ਉਹਦੇ ਸਾਥੀ ਪੰਜਾਬ ਦੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈ ਜੀ ਨਾਭਾ ਜੇਲ੍ਹ, ਉਹਦੇ ਵਿੱਚੋਂ
ਫਰਾਰ ਹੋ ਗਏ ਸੀਗੇ। ਪੰਜਾਬ ਪੁਲਿਸ ਨੇ ਜੇਲ੍ਹ ਤੋਂ ਭੱਜੇ ਕੁਝ ਅਪਰਾਧੀ ਜਿਹੜੇ ਸੀ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀਗਾ, ਪਰ ਵਿੱਕੀ ਗੌਂਡਰ ਤੇ ਉਹਦੇ ਸਾਥੀ ਜਿਹੜੇ ਆ ਜੀ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ। ਸੋ ਪੁਲਿਸ ਜਿਹੜੀ ਹੈ ਜੀ ਉਹ ਵੱਖੋ ਵੱਖਰੀਆਂ ਚੋਰੀਆਂ ਦੇ ਉੱਤੇ ਕੰਮ ਕਰ ਰਹੀ ਹੈ, ਪਰ ਪੁਲਿਸ ਜਿਵੇਂ ਕਹਿੰਦੀ ਹੈ ਕਿ ਨਹੀਂ ਉੱਥੋਂ ਜਾਇਆ ਜਾ ਸਕਦਾ ਇੱਥੇ ਜਿਹੜਾ ਜੀ ਏਅਰਪੋਰਟ ਤੋਂ, ਪਰ ਸ਼ਾਇਦ ਇੱਥੇ ਉਹ ਭੁੱਲ ਰਹੀ ਹੈ ਕਿ ਉਹ ਆਪਣੇ ਪਾਸਪੋਰਟ ਦੇ ਉੱਤੇ ਜਾਂ ਆਪਣੇ ਸਹੀ ਦੇ ਉੱਤੇ ਥੋੜ੍ਹੀ ਜਾਊਗਾ ਜੀ, ਉਹ ਕੁਛ ਨਾ ਕੁਛ ਆਪਣਾ ਹੋਰ ਜੁਗਾੜ ਕਰਕੇ ਇੱਥੋਂ ਨਿਕਲੂਗਾ। 13 ਜ਼ਿਲ੍ਹਿਆਂ ਦੇ ਜਿਹੜੇ ਨਾਰਕੋਟਿਕ ਸੈੱਲਾਂ ਦੇ ਵਿੱਚ ਤਾਇਨਾਤ ਪਹਿਲਾਂ ਰਹੇ ASI ਤੇ ਹੌਲਦਾਰ ਰੈਂਕ ਦੇ 150 ਮੁਲਾਜ਼ਮਾਂ ਦੇ ਤਬਾਦਲਿਆਂ ਦੇ ਹੁਕਮਾਂ ਨੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਵਕਤ ਦੇ ਵਿੱਚ ਪਾਇਆ ਹੋਇਆ ਜੀ। ਕੱਲ੍ਹ 150 ਦੇ ਕਰੀਬ ਤਬਾਦਲਿਆਂ ਵਾਲੇ ਮੁਲਾਜ਼ਮਾਂ ਦੇ ਵਿੱਚ ਜਲੰਧਰ ਰੇਂਜ ਦੇ 2 ਇੰਸਪੈਕਟਰਾਂ ਤੋਂ ਇਲਾਵਾ ਸਭ ਤੋਂ ਵੱਧ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਤਕਰੀਬਨ 50 ਤੇ ਫਿਰੋਜ਼ਪੁਰ ਦੇ ਤਕਰੀਬਨ 30 ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਸ਼ਾਮਲ ਨੇ। ਤਰਨਤਾਰਨ ਤੋਂ ਬਦਲੇ ਗਏ ਤਕਰੀਬਨ 50 ASI ਤੇ ਹੌਲਦਾਰਾਂ ਦੇ ਵਿੱਚ 12 ਸੰਗਰੂਰ, 7 ਮਾਨਸਾ, 4 ਬਠਿੰਡਾ, 3 ਫਾਜ਼ਿਲਕਾ, 5 ਖੰਨਾ, 4 ਬਰਨਾਲਾ ਤੇ 3 ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤੇ ਗਏ ਆ। ਫਿਰੋਜ਼ਪੁਰ ਦੇ 30 ASI ਤੇ ਹੌਲਦਾਰਾਂ ਦੇ ਵਿੱਚੋਂ 12 ਮੁਹਾਲੀ, 2 ਸ਼ਹੀਦ ਭਗਤ ਸਿੰਘ ਨਗਰ, 3 ਜਲੰਧਰ, 2 ਗੁਰਦਾਸਪੁਰ ਤੇ ਜ਼ਿਲ੍ਹਾ ਕਪੂਰਥਲਾ ਭੇਜੇ ਗਏ ਆ। ਫਾਜ਼ਿਲਕਾ ਤੋਂ ਬਦਲੇ ਗਏ 5 ਮੁਲਾਜ਼ਮਾਂ ਚੋਂ 2 ਮੁਹਾਲੀ ਤੇ 3 ਅੰਮ੍ਰਿਤਸਰ ਦਿਹਾਤੀ ਭੇਜੇ ਗਏ ਆ। ਬਟਾਲੇ ਤੋਂ ਬਦਲੇ 3 ਮੁਲਾਜ਼ਮਾਂ ਨੂੰ ਮਾਨਸਾ, ਮੁਹਾਲੀ ਤੇ ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਤੋਂ ਬਦਲੇ 10 ਮੁਲਾਜ਼ਮਾਂ ਦੇ ਵਿੱਚੋਂ 4 ਨੂੰ ਮੁਹਾਲੀ ਤੇ 5 ਨੂੰ ਫਾਜ਼ਿਲਕਾ ਤੇ 1 ਨੂੰ ਮਾਨਸਾ ਭੇਜਿਆ ਗਿਆ। ਬਦਲੀਆਂ ਦੇ ਹੁਕਮਾਂ ਦੇ ਵਿੱਚ ਭਾਵੇਂ ਜਿਹੜੇ ਪ੍ਰਬੰਧਕੀ ਆਧਾਰ ਦੇ ਉੱਤੇ ਬਦਲੀਆਂ ਦੀ ਗੱਲ ਆਖੀ ਗਈ ਆ, ਪਰ ਪੁਲਿਸ ਦੇ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਬਹੁਤੇ ਜ਼ਿਲ੍ਹਿਆਂ ਦੇ ਨਾਰਕੋਟਿਕ ਸੈੱਲਾਂ ਦੇ ਵਿੱਚ ਤਾਇਨਾਤ ਸਨ ਜਾਂ ਪਹਿਲਾਂ ਤਾਇਨਾਤ ਜਿਹੜੇ ਆ ਜੀ ਉਹ ਰਹੇ ਆ। ਇਹ ਤਬਾਦਲੇ ਸਮਗਲਰ ਤੇ ਪੁਲਿਸ ਗੱਠਜੋੜ ਨੂੰ ਤੋੜਨ ਲਈ ਜਿਹੜਾ ਜੀ ਉਹ ਕੀਤੇ ਗਏ ਆ। ਕਈ ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਲੁਕਵੇਂ ਢੰਗ ਦੇ ਦੱਸਦੇ ਆ ਕਿ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੋਈ, ਇਹਦੇ ਬਾਵਜੂਦ ਉਹ ਆਪਣੇ ਪਰਿਵਾਰਾਂ ਤੋਂ ਦੂਰ ਹੋ ਗਿਆ। ਉਹਨਾਂ ਦਾ ਕਸੂਰ ਸਿਰਫ ਇਹ ਆ ਕਿ ਉਹ ਨਾਰਕੋਟਿਕ ਸੈੱਲ ਦੇ ਵਿੱਚ ਜਿਹੜੇ ਆ ਜੀ ਉਹ ਰਹੇ ਆ। ਇਹ ਦੱਸਦੀ ਹੈ ਕਿ ਜਿਹੜੀ STF ਬਣੀ ਹੈ ਉਹਦੇ ਮੁਖੀ ਜਿਹੜੇ ਲਾਏ ਗਏ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਕੁਝ ਹੋਰ ਪਾਵਰਾਂ ਪਿਛਲੇ ਦਿਨਾਂ ਦੇ ਵਿੱਚ ਦਿੱਤੀਆਂ ਗਈਆਂ ਸੀ। ਇਹਨਾਂ ਪਾਵਰਾਂ ਦੇ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਫੀਸਰ ਨੇ ਉਹਨਾਂ ਨੇ ਡਾਇਰੈਕਟ ਰਿਪੋਰਟ ਜਿਹੜੀ ਹੈ ਜੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਕਰਨੀ ਹੈ, ਨਾ ਕਿ DGP ਹੋਰਾਂ ਨੂੰ। ਔਰ ਉਹ ਪਹਿਲਾਂ ਤੋਂ ਜਿਹੜੀ ਹੈ ਜੀ ਇਹ ਗੱਲ ਕਹਿੰਦੇ ਰਹੇ ਆ ਕਿ ਜੇ ਇਹ ਨੈਕਸਸ ਜਿਹੜਾ ਜੀ ਉਹ ਤੋੜਨਾ ਹੈ, ਉੱਥੇ ਤਾਇਨਾਤ ਜਿਹੜੇ ਆਫੀਸਰ ਜਿਹੜੇ ਬੀਤੇ ਲੰਬੇ ਸਮੇਂ ਤੋਂ ਲੱਗੇ ਨੇ ਉਹਨਾਂ ਨੂੰ ਪਾਸੇ ਕਰਨਾ ਪਊਗਾ। ਇਹ ਉਸੇ ਹੀ ਇੱਕ ਉਹਨਾਂ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਜੀ ਉਹਦਾ ਇੱਕ ਪਾਰਟ ਕਿਹਾ ਜਾ ਰਿਹਾ। ਪਹਿਲਾਂ ਕਦੀ ਇਹਨਾਂ ਨੂੰ ਨਾਰਕੋਟਿਕ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਕਦੀ ਕਿਸੇ ਨੇ ਹਿਲਾਇਆ ਨਹੀਂ, ਜਿਹਦੇ ਕਰਕੇ ਇਹਨਾਂ ਦੇ ਲਿੰਕ ਬੜੇ ਤਕੜੇ ਜਿਹੜੇ ਆ ਜੀ ਉਹ ਬਣੇ ਹੋਏ ਆ। ਸੋ ਦੇਖਦੇ ਆ ਜੀ ਇਹ ਨੈਕਸਸ ਜਿਹੜਾ ਉਹ ਕਿੰਨਾ ਕੁ ਤੋੜ ਸਕਦੇ ਨੇ ਹਰਪ੍ਰੀਤ ਸਿੰਘ ਸਿੱਧੂ ਹੋਰੀ। ਪਰ ਜਿਵੇਂ ਕੁਝ ਲੋਕ ਸੋਚਦੇ ਨੇ ਕਿ ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਪੈ ਗਿਆ, ਇਸ ਤਰ੍ਹਾਂ ਨਹੀਂ ਹੈ। ਇਹਦੇ ਤੇ ਨਿਰੰਤਰ ਜਿਹੜਾ ਜੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਕੰਮ ਹੋ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਹਮੇਸ਼ਾ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ। ਕਦੀ ਉਹ ਮੰਤਰੀਆਂ ਦੇ ਕਰਕੇ ਚਰਚਾ 'ਚ ਰਹਿੰਦਾ ਹੈ, ਕਦੀ ਉੱਥੇ ਆਫੀਸਰ ਜਿਹੜੇ ਨੇ ਵਿਭਾਗ ਦੇ ਕਰਮਚਾਰੀ ਨੇ ਉਹਨਾਂ ਦੇ ਕਰਕੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ ਰਹਿੰਦਾ। ਇੱਕ ਵਾਰੀ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ। ਕਾਰਨ ਉਹਦਾ ਇਸ ਵਾਰੀ ਇਹ ਆ ਕਿ ਬੋਰਡ ਦੇ ਵਾਈਸ ਚੇਅਰਪਰਸਨ ਜਿਹੜੇ ਨੇ ਉਹ ਡਾਕਟਰ ਸੁਰੇਸ਼ ਕੁਮਾਰ ਟੰਡਨ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੂੰ ਭਾਜਪਾ ਦੇ ਕੋਟੇ 'ਚੋਂ ਲਗਾਤਾਰ 3 ਵਾਰੀ ਸਕੂਲ ਬੋਰਡ ਦਾ ਵਾਈਸ ਚੇਅਰਪਰਸਨ ਜਿਹੜਾ ਉਹ ਲਾਇਆ ਗਿਆ ਸੀਗਾ ਔਰ ਸੰਨ 2010 ਤੋਂ ਬੋਰਡ ਦੇ ਵਾਈਸ ਚੇਅਰਪਰਸਨ ਸੀਗੇ। ਟੰਡਨ ਹੋਰਾਂ ਨੇ ਕੱਲ੍ਹ ਜਿਹੜਾ ਜੀ ਅਸਤੀਫਾ ਸਿੱਖਿਆ ਮੰਤਰੀ ਨੂੰ ਆਪਣਾ ਸੌਂਪ ਦਿੱਤਾ। ਜਿਵੇਂ ਸਰਕਾਰ ਨੇ ਬੋਰਡ ਦੇ ਸਾਬਕਾ ਚੇਅਰਪਰਸਨ ਬਲਬੀਰ ਸਿੰਘ ਢੋਲ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ, ਉਵੇਂ ਹੀ ਟੰਡਨ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਲੱਗਦਾ ਜੀ। ਹਾਲਾਂਕਿ ਡਾਕਟਰ ਟੰਡਨ ਦਾ ਕਹਿਣਾ ਕਿ ਉਹ ਆਪਣੇ ਪਰਸਨਲ ਰੀਜ਼ਨ ਕਰਕੇ ਅਸਤੀਫਾ ਉਹਨਾਂ ਨੇ ਦਿੱਤਾ। ਪਿਛਲੀ ਬਾਦਲ ਸਰਕਾਰ ਦੇ ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਖੁਸ਼ ਕਰਨ ਲਈ ਸ਼ਸ਼ੀ ਕਾਂਤਾ ਲਈ ਨਵੀਂ ਸਿਰਜੀ ਗਈ ਸੀਨੀਅਰ ਵਾਈਸ ਚੇਅਰਪਰਸਨ ਦੀ ਅਸਾਮੀ ਅਜੇ ਤੱਕ ਕਾਇਮ ਹੈ। ਹਾਲਾਂਕਿ ਇਸ ਅਸਾਮੀ ਨੂੰ ਖਤਮ ਕਰਨ ਲਈ ਬੋਰਡ ਮੁਲਾਜ਼ਮਾਂ ਦੀ ਜਥੇਬੰਦੀ ਦੇ ਵੱਲੋਂ ਸੰਘਰਸ਼ ਵਿੱਢਿਆ ਗਿਆ ਤੇ ਬੋਰਡ ਦੇ ਉੱਤੇ ਵਾਧੂ ਵਿੱਤੀ ਬੋਝ ਪਾਉਣ ਦਾ ਦੋਸ਼ ਲਾ ਕੇ ਇਹ ਪੋਸਟ ਜਿਹੜੀ ਹੈ ਇਹਨੂੰ ਖਤਮ ਕਰਨ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰੀ ਨੇ ਸੁਰੇਸ਼ ਟੰਡਨ ਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਕਰ ਲਿਆ। 25 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਸਿੱਖਿਆ ਬੋਰਡ ਦੇ ਉਦੋਂ ਦੇ ਜਿਹੜੇ ਚੇਅਰਮੈਨ ਸੀਗੇ ਬਲਬੀਰ ਸਿੰਘ ਢੋਲ ਦੀ ਨਿਯੁਕਤੀ
ਤੈਅ ਮਾਪਦੰਡਾਂ ਦੇ ਮੁਤਾਬਕ ਨਾ ਹੋਣ ਕਰਕੇ ਉਹਨੂੰ ਅਸਤੀਫਾ ਦੇਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਔਰ ਸਕੂਲ ਬੋਰਡ ਦਾ ਕੰਮ ਚਲਾਉਣ ਲਈ ਅਗਲੇ ਹੁਕਮਾਂ ਤੱਕ ਸਕੂਲ ਸਿੱਖਿਆ ਦੇ ਵਧੀਕ ਮੁੱਖ ਸਕੱਤਰ ਨੂੰ ਵਾਧੂ ਚਾਰਜ ਦਿੰਦੇ ਆ ਨਵੇਂ ਚੇਅਰਮੈਨ ਦੀ ਅਗਲੇ 30 ਦਿਨਾਂ ਦੇ ਵਿੱਚ ਚੋਣ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਦੇ ਵਿੱਚ ਕਮੇਟੀ ਜਿਹੜੀ ਆ ਜੀ ਉਹ ਬਣਾਈ ਗਈ ਸੀ। ਹੁਣ ਡਾਕਟਰ ਟੰਡਨ ਜਿਹੜਾ ਜੀ ਉਹਦੇ ਅਸਤੀਫੇ ਨੇ ਇਹ ਚਰਚਾ ਜਿਹੜੀ ਆ ਜੀ ਉਹ ਛੇੜ ਦਿੱਤੀ ਆ ਕਿ ਜਿੰਨੇ ਉੱਥੇ ਅਕਾਲੀ ਭਾਜਪਾ ਨੇ ਜਿਹੜੇ ਲਾਏ ਹੋਏ ਲੋਕ ਸੀਗੇ ਜੀ ਉਹਨਾਂ ਨੂੰ ਹੌਲੀ ਹੌਲੀ ਕਰਕੇ ਜਿਹੜਾ ਜੀ ਉਹ ਲਾਂਭੇ ਇਹਨਾਂ ਨੂੰ ਸਾਰਿਆਂ ਨੂੰ ਕੀਤਾ ਜਾ ਰਿਹਾ। ਡਾਕਟਰ ਟੰਡਨ ਵੀ ਉਸੇ ਦਾ ਹੀ ਇੱਕ ਪਾਰਟ ਕਹੇ ਜਾ ਸਕਦੇ ਨੇ। ਰਾਸ਼ਟਰੀ ਜਨਤਾ ਦਲ ਦੇ ਜਿਹੜੇ ਪ੍ਰਮੁੱਖ ਨੇ ਲਾਲੂ ਪ੍ਰਸਾਦ ਯਾਦਵ ਹੋਰਾਂ ਦੇ ਘਰ CBI ਦੀ ਰੇਡ ਦੇ 24 ਘੰਟੇ ਤੋਂ ਬਾਅਦ ਉਹਦੀ ਬੇਟੀ ਮੀਸਾ ਭਾਰਤੀ ਦੀ ਦਿੱਲੀ ਦੇ ਵਿੱਚ ਸਥਿਤ 3 ਪ੍ਰਾਪਰਟੀਆਂ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਜੀ ਉਹ ਛਾਪਾ ਮਾਰਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤੜਕਸਾਰ ਜਿਹੜੇ ਅਫਸਰ ਸੀਗੇ ਜੀ ਉਹ ਇਹਨਾਂ ਦੇ ਜਿਹੜਾ ਬਿਜਵਾਸਨ ਸੈਨਿਕ ਫਾਰਮ ਤੇ ਘਟੌਰਨੀ ਜਿਹੜੇ 3 ਜਗ੍ਹਾ ਸੀ ਇੱਥੇ ਪਹੁੰਚੇ। ਰਾਜ ਸਭਾ ਦੇ ਵਿੱਚ ਸੰਸਦ ਮੀਸਾ ਤੇ ਉਹਦੇ ਪਤੀ ਸ਼ੈਲੇਸ਼ ਦੇ ਉੱਤੇ ਇਹ ਕਾਰਵਾਈ 8000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਤਹਿਤ ਹੋਈ ਹੈ। ਕੁਝ ਜਿਹੜੇ ਦੀ ਸ਼ੱਕੀ ਦਸਤਾਵੇਜ਼ ਦੋਨਾਂ ਦੇ ਫੋਨ ਤੇ ਜਿਹੜੇ ਉਹਨਾਂ ਦੇ ਬਾਕੀ ਇਲੈਕਟ੍ਰੋਨਿਕਸ ਜਿਹੜੀ ਡਿਵਾਈਸਿਸ ਨੇ ਉਹ ਜ਼ਬਤ ਕੀਤੀਆਂ ਗਈਆਂ ਨੇ। 9 ਘੰਟੇ ਤੱਕ ਇਹ ਕਾਰਵਾਈ ਜਿਹੜੀ ਸੀਗੀ ਜੀ ਉਹ ਚੱਲਦੀ ਰਹੀ। ਮੀਸਾ ਤੇ ਸ਼ੈਲੇਸ਼ ਦੇ ਕੋਲੋਂ ਕਰੀਬ 7 ਘੰਟੇ ਪੁੱਛਗਿੱਛ ਜਿਹੜੀ ਆ ਜੀ ਉਹ ਹੋਈ ਦੱਸੀ ਜਾਂਦੀ ਆ। ਦੋਵਾਂ ਨੂੰ ਸਮਨਿੰਗ ਕੀਤੀ ਜਾ ਸਕਦੀ ਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਫਸਰ ਜਿਹੜੇ ਉਹ ਵਿਟੋਰਨੀ ਫਾਰਮ ਹਾਊਸ ਤੋਂ ਸ਼ੈਲੇਸ਼ ਨੂੰ ਸੈਨਿਕ ਫਾਰਮ ਹਾਊਸ ਲੈ ਕੇ ਗਏ। ਉੱਥੇ ਬੰਦ ਕਮਰਿਆਂ ਦੇ ਵਿੱਚੋਂ ਸ਼ੈਲੇਸ਼ ਦੇ ਸਾਹਮਣੇ ਜਾਂਚ ਜਿਹੜੀ ਆ ਜੀ ਉਹ ਕੀਤੀ ਗਈ। ਇਹ ਜਿਹੜੀ ਪ੍ਰਾਪਰਟੀ ਆ ਇਹ ਮੀਸਾ ਤੇ ਸ਼ੈਲੇਸ਼ ਦੇ ਨਾਮ ਦੇ ਉੱਤੇ ਆ। ਜਿਹੜੇ 2 ਕਾਰੋਬਾਰੀ ਭਰਾ ਨੇ ਜੀ ਸੁਰਿੰਦਰ ਤੇ ਵਰਿੰਦਰ ਜੈਨ 8000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੇਸ ਦੇ ਨਾਲ ਇਹ ਜੁੜੇ ਹੋਏ ਨੇ। ਇਹਨਾਂ ਨੇ 90 ਫਰਜ਼ੀ ਕੰਪਨੀਆਂ ਦੇ ਜ਼ਰੀਏ ਕਰੋੜਾਂ ਰੁਪਏ ਦੀ ਬਲੈਕ ਮਨੀ ਜਿਹੜੀ ਆ ਜੀ ਉਹਨੂੰ ਵਾਈਟ ਕੀਤਾ। ਦੋਵੇਂ ਗ੍ਰਿਫਤਾਰ ਹੋ ਚੁੱਕੇ ਆ ਜੀ। ਇਹਨਾਂ ਦਾ ਜਿਹੜਾ ਜੀ ਲਿੰਕ ਇਹਦੇ ਨਾਲ ਜਿਹੜਾ ਉਹ ਜੁੜਦਾ ਜਾ ਕੇ ਮੀਸਾ ਤੇ ਉਹਦੇ ਹਸਬੈਂਡ ਦੇ ਨਾਲ, ਜਿਹਦੇ ਕਰਕੇ ਇਹ ਗ੍ਰਿਫਤਾਰ ਹੋਏ। ਔਰ ਉਸ ਤੋਂ ਬਾਅਦ ਹੀ ED ਨੇ ਜਿਹੜੀ ਆ ਜੀ ਉਹ ਛਾਪੇਮਾਰੀ ਮੀਸਾ ਉਹਦੇ ਹਸਬੈਂਡ ਦੇ ਜਿਹੜੇ ਪ੍ਰਾਪਰਟੀਜ਼ ਨੇ ਉਹਨਾਂ ਦੇ ਉੱਤੇ ਕੀਤੀ ਆ। ਪਿਛਲੇ ਦਿਨਾਂ ਤੋਂ ਭਾਰਤ ਤੇ ਚਾਈਨਾ ਦੇ ਵਿਚਾਲੇ ਸਬੰਧ ਜਿਹੜੇ ਆ ਉਹਨਾਂ ਦੇ ਚਰਚਾ ਆਪਾਂ ਲਗਾਤਾਰ ਕਰਦੇ ਰਹੇ ਹਾਂ ਕਿ ਸਿੱਕਮ ਦੇ ਵਿੱਚ ਕਿਸ ਕਿਸਮ ਦੇ ਨਾਲ ਜਿਹੜੀ ਸਰਹੱਦ ਦੇ ਉੱਤੇ ਤਣਾਅ ਬਣਿਆ ਹੋਇਆ। ਹਾਲਾਂਕਿ G20 ਸਮਿਟ ਦੇ ਵਿੱਚ ਗਏ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਜੀ ਉਹ ਨਾ ਕਰਦੇ ਆ ਉਹਨਾਂ ਦੀ ਮੁਲਾਕਾਤ ਤਾਂ ਜਿਹੜੀ ਹੈ ਜੀ ਉਹ ਹੋਈ ਆ, ਪਰ ਇਹ ਕੋਈ ਆਫੀਸ਼ੀਅਲ ਮੁਲਾਕਾਤ ਨਹੀਂ ਸੀਗੀ, ਜਿਹਦੇ ਕਰਕੇ ਇਹਦੇ ਵਿੱਚੋਂ ਬਹੁਤਾ ਕੁਝ ਜਿਹੜਾ ਉਹ ਨਿਕਲਣ ਦੀ ਆਸ ਘੱਟ ਸੀਗੀ। ਔਰ ਹੁਣ ਜਿਹੜਾ ਜੀ ਚਾਈਨਾ ਦੇ ਵੱਲੋਂ ਆਪਣੇ ਜਿਹੜੇ ਉਹਨਾਂ ਦੇ ਵਸਨੀਕ ਨੇ ਉਹਨਾਂ ਨੂੰ ਇੱਕ ਐਡਵਾਈਜ਼ਰੀ ਜਿਹੜੀ ਆ ਜੀ ਉਹ ਜਾਰੀ ਕੀਤੀ ਗਈ ਆ। ਸਿੱਕਮ ਦੇ ਡੋਕਲਾਮ ਇਲਾਕੇ ਦੇ ਵਿੱਚ ਭਾਰਤੀ ਤੇ ਚਾਈਨੀਜ਼ ਜਿਹੜੀ ਫੌਜ ਹੈ ਇਹਦੇ ਵਿੱਚ ਤਣਾਅ ਦੇ ਦੌਰਾਨ ਭਾਰਤ ਦਾ ਦੌਰਾ ਕਰਨ ਵਾਲੇ ਆਪਣੇ ਜਿਹੜੇ ਵਸਨੀਕ ਨੇ ਨਾਗਰਿਕ ਨੇ ਉਹਨਾਂ ਨੂੰ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਦੇ ਵਿੱਚ ਭਾਰਤ ਜਾਣ ਵਾਲੇ ਚਾਈਨਾ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਸੁਰੱਖਿਆ ਹਾਲਾਤ ਦੇ ਉੱਤੇ ਕਰੀਬੀ ਨਿਗਾਹ ਰੱਖਣ ਤੇ ਆਪਣੀ ਸੁਰੱਖਿਆ ਪ੍ਰਤੀ ਜ਼ਰੂਰੀ ਜਿਹੜੀਆਂ ਕੁਝ ਪ੍ਰੀਕਾਸ਼ਨਸ ਨੇ ਉਹ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਜੀ ਕਿ ਭਾਰਤ ਦੇ ਵਿੱਚ ਬੇਵਜ੍ਹਾ ਕਿਤੇ ਵੀ ਜਾਣ ਤੋਂ ਬਚਿਆ ਜਾਵੇ। ਕਿਤੇ ਵੀ ਜਾਣ ਤੋਂ ਪਹਿਲਾਂ ਪਰਿਵਾਰ ਤੇ ਆਪਣੇ ਫੈਮਿਲੀ ਮੈਂਬਰ ਜਿਹੜੇ ਨੇ ਤੇ ਫਰੈਂਡਸ ਨੇ ਉਹਨਾਂ ਨੂੰ ਸੂਚਨਾ ਇਹਦੀ ਦਿੱਤੀ ਜਾਵੇ ਤੇ ਲਗਾਤਾਰ ਸੰਪਰਕ ਦੇ ਵਿੱਚ ਰਿਹਾ ਜਾਵੇ। ਹਾਲਾਤ ਨੂੰ ਸਮਝਣ ਤੇ ਆਪਣਾ ID ਪ੍ਰੂਫ ਨਾਲ ਰੱਖਣ ਤੇ ਭਾਰਤ ਦੇ ਵਿੱਚ ਕਾਨੂੰਨ ਦਾ ਪਾਲਣ ਕਰਨ ਦੀ ਜਿਹੜੀ ਨਸੀਹਤ ਹੈ ਉਹ ਵੀ ਦਿੱਤੀ ਗਈ ਹੈ। ਚਾਈਨਾ ਤੇ ਭਾਰਤ ਦੇ ਵਿਚਾਲੇ ਪਿਛਲੇ 3 ਹਫ਼ਤਿਆਂ ਤੋਂ ਭੂਟਾਨ ਟਰਾਈ ਜੰਕਸ਼ਨ ਦੇ ਕੋਲੇ ਡੋਕਲਾਮ ਇਲਾਕੇ ਦੇ ਵਿੱਚ ਲਗਾਤਾਰ ਜਿਹੜਾ ਜੀ ਉਹ ਵਿਰੋਧ ਬਣਿਆ ਹੋਇਆ। ਡੋਕਾਲਾ ਜਿਹੜਾ ਜੀ ਉਸ ਖੇਤਰ ਦਾ ਭਾਰਤੀ ਨਾਮ ਹੈ ਜਿੱਥੇ ਭੂਟਾਨ ਦੇ ਵਿੱਚ ਡੋਕਲਾਮ ਇਹਨੂੰ ਜਿਹੜਾ ਜੀ ਉਹ ਕਿਹਾ ਜਾਂਦਾ ਹੈ। ਚਾਈਨਾ ਆਪਣੇ ਡੋਕਲਾਮ ਖੇਤਰ ਦਾ ਹਿੱਸਾ ਜਿਹੜਾ ਦੱਸਦਾ ਜੀ ਔਰ ਜੰਮੂ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ 3488 ਕਿਲੋਮੀਟਰ ਲੰਬੀ ਭਾਰਤ ਚਾਈਨਾ ਜਿਹੜੀ ਸਰਹੱਦ ਹੈ ਇਹਦੇ 220 ਕਿਲੋਮੀਟਰ ਜਿਹੜਾ ਜੀ ਉਹ ਹਿੱਸਾ ਸਿੱਕਮ ਦੇ ਵਿੱਚ
ਜਿਹੜਾ ਉਹ ਪੈਂਦਾ। ਅੱਜ ਦਾ ਦਿਨ ਜਿਹੜਾ ਇਸ ਪੱਖੋਂ ਬੜਾ ਅਹਿਮ ਰਹੂਗਾ ਪੰਜਾਬ ਦੇ ਵਿੱਚ, ਕਿਉਂਕਿ ਕੱਲ੍ਹ ਨੂੰ ਤਾਂ ਬੰਦ ਜਿਹੜਾ ਹਰਿਆਣੇ ਦੇ ਸਰਹੱਦ ਦੇ ਉੱਤੇ ਆ, ਅੱਜ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਟਰੱਕਾਂ ਦਾ ਚੱਕਾ ਜਾਮ ਰਹੂਗਾ, ਕਿਉਂਕਿ ਜਿਹੜੀਆਂ 134 ਟਰੱਕ ਯੂਨੀਅਨਸ ਨੇ ਉਹ ਭੰਗ ਕਰ ਦਿੱਤੀਆਂ ਪੰਜਾਬ ਸਰਕਾਰ ਨੇ, ਔਰ ਇਹ ਕਿਹਾ ਕਿ ਅੱਗੋਂ ਕੋਈ ਟਰੱਕ ਯੂਨੀਅਨ ਨਹੀਂ ਬਣੂਗੀ, ਔਰ ਜਿਹੜਾ ਇਹ ਸਰਕਾਰ ਤੈਅ ਕਰੂਗੀ ਰੇਟ, ਮਿਨੀਮਮ ਪ੍ਰਾਈਸ ਵੀ ਔਰ ਮੈਕਸੀਮਮ ਜਿਹੜੀ ਹੈ ਜੀ ਉਹ ਪ੍ਰਾਈਸ ਵੀ। ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਇਹ 134 ਟਰੱਕ ਯੂਨੀਅਨ ਸਨ ਜੀ, ਉਹਨਾਂ ਦੇ 93,000 ਟਰੱਕ ਨੇ ਅੱਜ ਇਹ ਚੱਲਣਗੇ ਨਹੀਂ। ਇਹ ਤਾਂ ਨਹੀਂ ਦੱਸਿਆ ਗਿਆ ਜੀ ਕਿ ਉਹ ਕੋਈ ਸੜਕਾਂ ਵਗੈਰਾ ਜਾਮ ਕਰਨਗੇ, ਪਰ ਉਹਨਾਂ ਨੇ ਢੋ ਢੁਆਈ ਜਿਹੜੀ ਹੈ ਜੀ ਅੱਜ ਬੰਦ ਰੱਖਣੀ ਆ, ਔਰ ਇਹ ਆਖਿਆ ਗਿਆ ਜੀ ਕਿ ਇਹਦਾ ਸਿੱਧਾ ਅਸਰ ਜਿਹੜਾ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬਾਕੀ ਸਪਲਾਈ ਦੇ ਉੱਤੇ ਜਿਹੜਾ ਜੀ ਉਹ ਡਾਇਰੈਕਟਲੀ ਪਊਗਾ। ਐਕਚੁਅਲੀ ਇਹ ਜਿਹੜਾ ਮਾਮਲਾ ਯੂਨੀਅਨਾਂ ਵਾਲਾ ਹੈ, ਇਹ ਸਰਕਾਰ ਦਾ ਵੈਸੇ ਦਰੁਸਤ ਫੈਸਲਾ ਹੈ, ਕਿਉਂਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜੇ ਆ ਉਹ ਪੋਲੀਟੀਸ਼ੀਅਨ ਹੀ ਜ਼ਿਆਦਾ ਇਨਵੋਲਵ ਰਹਿੰਦੇ ਆ। ਇਸੇ ਕਰਕੇ ਜਦੋਂ ਸਰਕਾਰਾਂ ਬਦਲਦੀਆਂ ਨੇ ਤੇ ਝੱਟ ਦੇਣੀ ਸਭ ਤੋਂ ਪਹਿਲਾਂ ਜਿਹੜੀਆਂ ਟਰੱਕ ਯੂਨੀਅਨਸ ਨੇ ਉੱਥੇ ਕਬਜ਼ਿਆਂ ਦੀ ਦੌੜ ਜਿਹੜੀ ਹੈ ਜੀ ਉਹ ਸ਼ੁਰੂ ਹੋ ਜਾਂਦੀ ਹੈ। ਤਾਂ ਉਹਨੂੰ ਖਤਮ ਕਰਨ ਦੇ ਵਾਸਤੇ ਇਹ ਜਿਹੜੀ ਕਾਰਵਾਈ ਆ ਉਹ ਸਰਕਾਰ ਨੇ ਕੀਤੀ ਹੈ ਕਿ ਉਹਨੇ ਟਰੱਕ ਯੂਨੀਅਨ ਹੀ ਭੰਗ ਕਰਤੀਆਂ ਨੇ, ਔਰ ਇਹ ਵੀ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਈਏ ਦੀ ਜਿਹੜੀ ਪ੍ਰਾਪਰਟੀ ਆ, ਜਿਹੜੀ ਸਰਕਾਰੀ ਜਗ੍ਹਾ ਜਿੱਥੇ ਇਹਨਾਂ ਦੇ ਦਫ਼ਤਰ ਜਾਂ ਟਰੱਕ ਯੂਨੀਅਨਸ ਬਣੀਆਂ ਹੋਈਆਂ ਨੇ, ਉਹ ਆਪਣੇ ਕਬਜ਼ੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਉਹ ਸਰਕਾਰ ਲੈ ਲੂਗੀ। ਇਸ ਗੱਲ ਦੀ ਸੰਭਾਵਨਾ ਹੈ। ਸੋ ਇਹ ਸਨ ਜੀ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ, ਔਰ ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਫੇਰ ਇਸ ਪ੍ਰੋਗਰਾਮ ਦੇ ਵਿੱਚ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਸਨ ਸਾਡੀਆਂ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅਤੇ ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਲਓ ਸਰੋਤਿਓ, ਅਸੀਂ ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਲਓ ਸਰੋਤਿਓ, ਅਸੀਂ ਇੱਦਾਂ ਹੀ ਕੱਲ੍ਹ ਨੂੰ ਮਿਲਦੇ ਹਾਂ ਜੀ।